हाँ जी, सत श्री अकाल साਰਿਆਂ ਨੂੰ। ਗੁਰਨੂਰ ਸਿੰਘ, ਸਤਿ श्री अकाल। 5 ਮਿੰਟ ਕਰਾਫਟ। ਤੁਹਾਡਾ ਨਾਮ ਕੀ ਹੈ ਵੀ ਫਟਾਫਟ ਦੱਸੋ ਪਹਿਲਾਂ ਤਾਂ। ਤੁਹਾਡਾ ਨਾਮ ਕੀ ਹੈ? ਹਾਂਜੀ ਪ੍ਰਵਿੰਦਰ ਜੀ, ਇੱਕ ਵਾਰੀ ਫੇਰ ਸਤਿ श्री अकाल। फटाफट आ जाओ भी सारे जने लाइव। तरुण सिंह भी सत श्री अकाल। दीपकन सत श्री अकाल। फटाफट लाइक कर दो भी सारे जने। वरुण कुमार सत श्री अकाल। गुरनूर सिंह सारिਆਂ ਨੂੰ सत श्री अकाल भी। ब्लड रिलेशन पार्ट नंबर 4 अज अपना लास्ट स्टैप है ना। और लास्ट स्टैप तो पहला एक गल ध्यान रखना, लास्ट स्टैप तो पहला आपां 5 क्वेश्चनों का छोटा जिहा टैसट लवांगे तुहाडा। फटाफट आ जाओ भी सारे जने। चलो जी, हलो जी, तुहाडा पहला क्वेश्चन तुहाडे सामने है। ध्यान नाल देख लेना कि क्वेश्चन की है पहला तो, उस तो बाद अगे जाना, ठीक है ना। x प्लस वाई का मतलब है y भरा है x का, उल्टा लिखा हुआ है। x क्वेश्चन मार्क y का मतलब है x डॉटर है y दी, यानी x बेटी है y दी। फिर x एक्सक्लामेटरी y, इत्थे फिर पुठा देता y बेटी है, y भैन है कि x दी। और आपां नूं पूछा गया है कि विच ऑफ द फॉलोइंग कैन बी डिलीवर्ड फ्रॉम द गिवन एक्सप्रैशन, मतलब इनू इस नूं डायग्राम च कन्वर्ट करो और फिर दसो इन्हां चों किहड़ा सही है। करो सारे जने। 1 मिनट मिलेगा तुहानूं, 1 मिनट। 1 मिनट बाद बीप की आवाज आएगी और बीप की आवाज तो बाद ही आपां मैं क्वेश्चन करना शुरू कर दूंगा। एक मिनट का समा है और 1 मिनट के बाद अपने आप बीप बजेगी और बीप तो बाद मैं क्वेश्चन कराना शुरू कर दूंगा। पंद्रह सेकंड रह गए ने। टाइम इज अप। हाँ जी, गुड इवनिंग सारिਆਂ ਨੂੰ। फटाफट उत्तर दो भी, उत्तर किसी का नहीं आया। चलो देखो, ये कहता है $B ए। $B का मतलब है, देखो आर है डॉलर और आपको पहला बी पढ़ना है, बाद ए पढ़ना है। तो आप पढ़ांगे बी इज द फादर ऑफ ए, यानी बी पिता है केदा ए दा। आ लो जी, बी केदा पिता है ए दा।
ਅੱਗੇ A ਐਕਸਕਲਾਮੇਟਰੀ R ਆ ਰਿਹਾ A ਤੇ ਆ ਰਿਹਾ R, ਯਾਨੀ ਆਪਾਂ ਨੂੰ ਪਤਾ ਹੈ ਪਹਿਲਾਂ ਇਹਨੇ Y ਰੱਖਿਆ ਤਾਂ ਆਪਾਂ R ਰੱਖਾਂਗੇ ਪਹਿਲਾਂ। R ਇਜ਼ ਦਾ ਸਿਸਟਰ ਆਫ X, ਯਾਨੀ ਕਹਿਣ ਦਾ ਮਤਲਬ ਹੈ R ਇਜ਼ ਦਾ ਸਿਸਟਰ ਆਫ A, ਯਾਨੀ R ਜਿਹੜੀ ਹੈ ਉਹ A ਦੀ ਭੈਣ ਹੈ। ਆ ਲਓ ਜੀ, R ਕਿਹਦੀ ਭੈਣ ਹੈ? A ਦੀ ਭੈਣ ਹੈ। ਫਟਾਫਟ ਦੱਸੋ, ਸਾਰਿਆਂ ਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ? ਫਟਾਫਟ ਦੱਸੋ। ਚਲੋ ਜੀ ਅੱਗੇ R ਕੁਐਸਚਨ ਮਾਰਕ E ਆ ਰਿਹਾ। R ਕੁਐਸਚਨ ਮਾਰਕ E ਦਾ ਮਤਲਬ ਕੀ ਹੋਏਗਾ? R ਡੋਟਰ ਹੈ ਕਿਹਦੀ? E ਦੀ। ਆ ਲਓ ਜੀ, R ਬੇਟੀ ਹੈ ਕਿਹਦੀ? E ਦੀ। R ਕਿਹਦੀ ਬੇਟੀ ਹੈ? E ਦੀ। ਹੁਣ ਆਪਾਂ ਨੂੰ ਪਤਾ ਹੈ ਕਿ ਥੱਲੇ ਦੋਨੋਂ ਭੈਣ ਭਰਾ ਨੇ ਤੇ ਇਹ ਦੋਨੋਂ ਕੀ ਹੋਣਗੇ? ਪਤੀ ਪਤਨੀ। ਆ ਲਓ ਜੀ। ਨੈਕਸਟ E ਐਂਡ Y। E ਐਂਡ Y ਦਾ ਮਤਲਬ ਕੀ ਹੈ? ਦੇਖੋ ਧਿਆਨ ਨਾਲ, ਆ ਰਿਹਾ ਐਂਡ। E ਐਂਡ Y ਦਾ ਮਤਲਬ ਹੈ E ਇਜ਼ ਦਾ ਮਦਰ ਆਫ Y। ਆ ਲਓ ਜੀ, E Y ਦੀ ਮਾਂ ਹੈ। ਆ ਲਓ ਜੀ, ਇਹ ਵੀ ਹਜੇ ਸਾਰੇ ਜਣੇ ਕੀ ਹੋਏ? ਭੈਣ ਭਰਾ ਹੋਏ ਨੇ। ਔਰ Y ਪਲਸ D ਦਾ ਮਤਲਬ ਕੀ ਹੋਏਗਾ? ਆ ਰਿਹਾ Y ਪਲਸ D ਦਾ ਮਤਲਬ ਹੋਏਗਾ ਆਪਣੇ ਕੋਲੇ ਪਹਿਲਾਂ ਇਹਨੇ ਆਹ ਚੀਜ਼ ਫੜੀ ਹੈ, ਆਹ ਵਾਲੀ, ਤਾਂ ਆਪਾਂ ਨੂੰ ਪਤਾ ਹੈ ਕਿ ਇੱਥੇ Y ਹੈ ਤੇ ਇੱਥੇ D ਹੈ, ਯਾਨੀ ਤੁਸੀਂ ਪੜੋਗੇ D ਇਜ਼ ਦਾ ਬ੍ਰਦਰ ਆਫ Y। ਆ ਲਓ ਜੀ, D ਇਜ਼ ਦਾ ਬ੍ਰਦਰ ਆਫ Y। ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ? ਅੱਜ ਬੱਚੇ ਬਹੁਤ ਘੱਟ ਆਏ ਨੇ ਵੀ, ਕੀ ਗੱਲ ਕਲਾਸ ਦੇ ਵਿੱਚ ਕੀ ਲਿੰਕ ਨਹੀਂ ਪਹੁੰਚਿਆ ਕਿ ਤੁਹਾਡੇ ਸਾਰਿਆਂ ਕੋਲੇ? ਮੈਂ ਹਾਈ ਅਥਾਰਟੀ ਨੂੰ ਕਹਿਣਾ ਚਾਹੁੰਦਾ ਵੀ ਬੱਚੇ ਬਹੁਤ ਘੱਟ ਆਏ ਨੇ ਅੱਜ, ਕੀ ਗੱਲ? ਇੱਥੋਂ ਤੱਕ ਸਮਝ ਆ ਗਿਆ ਸਾਰਿਆਂ ਨੂੰ? ਇੱਥੋਂ ਤੱਕ ਜਿਹੜਾ ਡਾਇਗਰਾਮ ਬਣਾਇਆ ਮੈਂ, ਸਮਝ ਆ ਗਿਆ ਸਾਰਿਆਂ ਨੂੰ? ਇਸ ਡਾਇਗਰਾਮ ਨੂੰ ਕਨਵਰਟ ਕਰਨਾ ਤੁਹਾਨੂੰ ਮੈਂ ਪਿਛਲੇ ਦਿਨਾਂ ਤੋਂ ਸਿਖਾ ਰਿਹਾ ਵਾਂ, ਅੱਜ ਸਿਰਫ ਆਪਾਂ ਨੂੰ ਪਤਾ ਹੋਣਾ ਚਾਹੀਦਾ। ਹੋ ਸਕਦਾ ਹੈ ਪ੍ਰਵਿੰਦਰ ਇੰਟੈਲੀਜੈਂਟ ਨੇ। ਚਲੋ ਜੀ, ਹੁਣ ਦੇਖੋ, ਹੁਣ ਆਪਾਂ ਨੂੰ ਪੁੱਛਿਆ ਇਹਨਾਂ ਵੀ ਇਹਨਾਂ ਚੋਂ ਕਿਹੜਾ ਸੈੱਟ ਹੋਏਗਾ ਇਹਦੇ ਵਿੱਚ। ਚਲੋ ਜੀ, ਪਹਿਲੀ ਲਾਈਨ ਕੀ ਹੈ? A ਕੁਐਸਚਨ ਮਾਰਕ B। A ਕੁਐਸਚਨ ਮਾਰਕ B ਦਾ ਮਤਲਬ ਹੈ A ਬੇਟੀ ਹੈ B ਦੀ। ਕਿੱਥੇ ਪਤਾ ਲੱਗ ਰਿਹਾ ਕਿ A ਬੇਟੀ ਹੈ B ਦੀ? ਆਪਾਂ ਨੂੰ A ਦਾ ਜੈਂਡਰ ਨਹੀਂ ਪਤਾ ਲੱਗ ਰਿਹਾ, ਆਪਾਂ ਨੂੰ A ਦਾ ਜੈਂਡਰ ਨਹੀਂ ਪਤਾ ਲੱਗ ਰਿਹਾ, ਤਾਂ ਆਪਾਂ ਕਵਾਂਗੇ ਜੀ ਪਹਿਲਾ ਤਾਂ ਗਲਤ ਹੈ ਜੀ। ਦੂਜਾ ਫੜੋ, Y ਐਕਸਕਲਾਮੇਟਰੀ R। Y ਐਕਸਕਲਾਮੇਟਰੀ R ਦਾ ਮਤਲਬ ਹੈ R ਭੈਣ ਹੈ ਕਿਹਦੀ? Y ਦੀ। R ਭੈਣ ਹੈ ਕਿਹਦੀ? Y ਦੀ। ਬਿਲਕੁਲ ਜੀ, R ਭੈਣ ਹੈ Y ਦੀ, ਯਾਨੀ ਆਪਣਾ ਆਨਸਰ ਕੀ ਆ ਜਾਏਗਾ? B ਆ ਜਾਏਗਾ। ਕੀ ਆ ਜਾਏਗਾ? B ਆ ਜਾਏਗਾ। ਆ ਗਈ ਗੱਲ ਸਮਝ 'ਚ? ਸਿੰਪਲ ਜਿਹਾ ਕੰਸੈਪਟ ਸੀਗਾ ਕਿ ਤੁਹਾਨੂੰ ਡਾਇਗਰਾਮ 'ਚ ਬਦਲਣਾ ਹੈ, ਬਸ ਕੁਐਸਚਨ ਨੂੰ ਡਾਇਗਰਾਮ 'ਚ ਬਦਲੋ ਤਾਂ ਡਾਇਗਰਾਮ 'ਚ ਕਨਵਰਟ ਕਰਨ ਤੋਂ ਬਾਅਦ ਸਿਰਫ ਤੁਹਾਨੂੰ ਦੱਸਣਾ ਸੀ ਕਿ ਕਿਹੜੀ ਚੀਜ਼ ਇੱਥੇ ਸੈੱਟ ਬਹਿੰਦੀ ਹੈ। ਪਹਿਲੀ ਚੀਜ਼ ਸੈੱਟ ਨਹੀਂ ਬੈਠੀ ਤਾਂ ਗਲਤ ਹੋ ਗਈ, ਦੂਜੀ ਸੈੱਟ ਬਹਿ ਗਈ ਤਾਂ ਸਹੀ ਹੋ ਗਈ। ਹਾਂਜੀ, 5 ਮਿੰਟ ਕਰਾਫਟ ਜੀ, ਮੈਂ ਤੁਹਾਨੂੰ ਪੁੱਛਿਆ ਸੀ ਤੁਹਾਡਾ ਨਾਮ ਕੀ ਹੈ, ਤੁਸੀਂ ਦੱਸਿਆ ਨਹੀਂ। ਜਦੋਂ ਤੱਕ ਤੁਸੀਂ ਨਾਮ ਨਹੀਂ ਦੱਸੋਗੇ ਉਦੋਂ ਤੱਕ ਮੈਂ ਕੁਐਸਚਨ ਵੀ ਨਹੀਂ ਦੱਸੂਗਾ। ਹਾਂਜੀ, ਡਾਇਗਰਾਮ ਸਮਝਾ ਦਿੰਦੇ ਆ ਜੀ। ਸਨੀ ਗੁਪਤਾ, ਓਕੇ ਸਨੀ ਜੀ, ਯੈਸ। ਕਿਉਂਕਿ ਕੀ ਹੁੰਦਾ 5 ਮਿੰਟਸ ਕਰਾਫਟ ਪੜ੍ਹਨ ਦਾ ਮਜ਼ਾ ਨਹੀਂ ਆਉਂਦਾ ਐਵੇਂ। ਦੇਖੋ ਬਈ ਡਾਇਗਰਾਮ $A, ਆ ਦੇਖੋ ਆ ਰਿਹਾ ਡਾਲਰ। ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲੇ ਤਾਂ $Y ਪਿਆ ਹੈ, ਤਾਂ ਤੁਸੀਂ ਇੱਥੇ $A ਲਿਖ ਸਕਦੇ ਹੋ ਨਾ, ਕਿਉਂਕਿ ਡਾਲਰ ਦਾ ਡਾਲਰ ਤਾਂ ਪਿਆ ਹੀ ਹੈ। ਜੋ ਚੀਜ਼ ਉਹ X ਨੂੰ Y ਦੇ ਨਾਲ ਕਹਿ ਰਿਹਾ, ਉਹੀ ਤੁਸੀਂ B ਨੂੰ A ਦੇ ਨਾਲ ਤੇ A ਨੂੰ B ਦੇ ਨਾਲ ਕਹਿ ਸਕਦੇ ਹੋ ਨਾ। ਇਹਨੇ ਕਿਹਾ ਕਿ $Y ਦਾ ਮਤਲਬ ਹੈ X ਇਜ਼ ਦਾ ਫਾਦਰ ਆਫ Y, ਯਾਨੀ X ਪਿਤਾ ਹੈ Y ਦਾ, ਤਾਂ ਤੁਸੀਂ ਪੜੋਗੇ B ਪਿਤਾ ਹੈ A ਦਾ। ਆ ਲਓ ਜੀ, B ਪਿਤਾ ਹੈ ਕਿਹਦਾ? A ਦਾ। ਆ ਗਿਆ ਸਮਝ 'ਚ ਸਨੀ ਗੁਪਤਾ? ਨੈਕਸਟ A ਐਕਸਕਲਾਮੇਟਰੀ R। ਹੁਣ R ਐਕਸਕਲਾਮੇਟਰੀ,
ਇਹਦੇ 'ਚ ਲਿਖਿਆ ਹੋਇਆ x ਐਕਸਕਲਾਮੇਟਰੀ y, ਇਹ ਲਿਖਿਆ ਹੋਇਆ ਨਾ, ਔਰ ਆਪਾਂ ਨੂੰ ਦਿੱਤਾ ਹੋਇਆ a ਐਕਸਕਲਾਮੇਟਰੀ r। ਆ ਲਓ ਜੀ a ਐਕਸਕਲਾਮੇਟਰੀ r, ਤੇ ਜੋ ਉਹ x ਦਾ y ਦੇ ਨਾਲ ਲਿੰਕ ਦੇ ਰਿਹਾ ਉਹੀ a ਦਾ r ਦੇ ਨਾਲ ਦੇਣਾ ਹੈ। ਆ ਦੇਖੋ x ਦਾ y ਦੇ ਨਾਲ ਕੀ ਦੇ ਰਿਹਾ ਹੈ, y ਇਜ਼ ਦਾ ਸਿਸਟਰ ਆਫ x, ਯਾਨੀ y ਜਿਹੜੀ ਹੈ ਉਹ ਭੈਣ ਹੈ ਕਿਹਦੀ, x ਦੀ, ਤਾਂ ਤੁਸੀਂ ਬੋਲੋਗੇ r ਜਿਹੜੀ ਹੈ ਉਹ ਕਿਹਦੀ ਭੈਣ ਹੈ, a ਦੀ। ਆ ਲਓ ਜੀ r ਕਿਹਦੀ ਭੈਣ ਹੈ, a ਦੀ। ਫਿਰ ਉਹਨੇ ਕਿਹਾ r ਕੁਐਸਚਨ ਮਾਰਕ e, ਆ ਰਿਹਾ ਜੀ r ਕੁਐਸਚਨ ਮਾਰਕ e। ਹੁਣ ਆਪਾਂ ਨੂੰ ਪਤਾ ਹੈ ਕਿ x ਕੁਐਸਚਨ ਮਾਰਕ y ਦਾ ਜਿਹੜਾ ਨਿਯਮ ਦੇ ਰੱਖਿਆ ਹੋਏਗਾ ਉਹੀ ਕਿਹਦਾ ਨਿਯਮ ਹੈ, r ਕੁਐਸਚਨ ਮਾਰਕ e ਦਾ। ਤਾਂ ਆਪਾਂ ਨੂੰ ਪਤਾ ਹੈ ਵੀ r ਕੁਐਸਚਨ ਮਾਰਕ e ਦਾ ਦੱਸਣ ਵਾਸਤੇ x ਕੁਐਸਚਨ ਮਾਰਕ y ਦਾ ਮਤਲਬ ਕੀ ਹੈ, x ਇਜ਼ ਦਾ ਡਾਟਰ ਆਫ y, ਯਾਨੀ x ਬੇਟੀ ਹੈ ਕਿਹਦੀ, y ਦੀ। x ਬੇਟੀ ਹੈ y ਦੀ, ਤਾਂ ਆਪਾਂ ਬੋਲਾਂਗੇ r ਬੇਟੀ ਹੈ ਕਿਹਦੀ, e ਦੀ। ਆ ਲਓ ਜੀ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਦੋਨੋਂ ਸਗੇ ਭੈਣ ਭਰਾ ਹੋ ਸਕਦੇ ਨੇ, ਤੇ ਇਹ ਕੀ ਹੋਣਗੇ ਫਿਰ, ਪਤੀ ਪਤਨੀ, ਕਿਉਂਕਿ ਇਹ ਮੁੰਡਾ ਹੈ ਤੇ ਇਹ ਕੁੜੀ ਹੋਏਗੀ ਪਤੀ ਪਤਨੀ ਵਿੱਚ, ਤਾਂ ਹੀ ਤਾਂ e ਦੀ ਬੇਟੀ ਹੋਏਗੀ ਨਾ ਯਾਰ। ਅੱਗੇ $y, ਹੁਣ $y ਫਿਰ ਦੁਬਾਰਾ ਦੇਖੋ ਉਹੀ ਆ ਗਿਆ, ਸੌਰੀ e ਐਂਡ y। ਹੁਣ ਦੇਖੋ e ਐਂਡ y, ਜਿਹੜਾ ਉਹ x ਦਾ y ਦੇ ਨਾਲ ਹੈ ਉਹੀ e ਦਾ y ਦੇ ਨਾਲ ਹੋਏਗਾ। ਇੱਥੇ ਲਿਖਿਆ ਹੈ x ਐਂਡ y, x ਐਂਡ y ਦਾ ਮਤਲਬ ਹੈ ਕਿ x ਇਜ਼ ਦਾ ਮਦਰ ਆਫ y, ਆਪਾਂ ਬੋਲਾਂਗੇ ਕਿ e ਇਜ਼ ਦਾ ਮਦਰ ਆਫ y। ਆ ਲਓ ਜੀ e ਇਜ਼ ਦਾ ਮਦਰ ਆਫ y, ਐਂਡ y ਪਲਸ d ਦਾ ਮਤਲਬ ਕੀ ਹੋਏਗਾ, ਆ ਦੇਖੋ ਇੱਥੇ y ਲਿਖਤਾ ਇੱਥੇ d ਲਿਖਤਾ। ਹੁਣ ਇਹਨੇ ਕਿਹਾ x ਪਲਸ y ਦਾ ਮਤਲਬ y ਇਜ਼ ਦਾ ਬ੍ਰਦਰ ਆਫ x, ਉਲਟਾ ਬੋਲਿਆ ਤਾਂ ਆਪਾਂ ਵੀ ਕੀ ਬੋਲਾਂਗੇ, d ਬ੍ਰਦਰ ਹੈ ਕਿਹਦਾ, y ਦਾ। ਸਨੀ ਗੁਪਤਾ ਜੀ ਹੁਣ ਸਮਝ ਆ ਗਿਆ ਕਿ ਨਹੀਂ ਆਇਆ, सन्नी गुप्ता? ओके चलो जी नेक्स्ट क्वेश्चन का जवाब दो सारे जने। यस गाइज फटाफट दसो इस क्वेश्चन का आंसर। ਤੁਹਾਨੂੰ ਪਹਿਲਾਂ ਇਹਦਾ ਡਾਇਗਰਾਮ ਬਣਾਉਣਾ ਹੈ, ਬਸ ਡਾਇਗਰਾਮ ਬਣਾਓ। ਬਲੱਡ ਰਿਲੇਸ਼ਨ ਦੇ ਵਿੱਚ ਸਭ ਤੋਂ ਮੇਨ ਕੰਮ ਹੈ ਡਾਇਗਰਾਮ। ਅੱਜ ਮੈਨੂੰ ਲੱਗਦਾ ਹੈ ਬੱਚਿਆਂ ਕੋਲੇ ਲਿੰਕ ਨਹੀਂ ਪਹੁੰਚਿਆ ਵੀ, ਹਾਈ ਅਥਾਰਟੀ ਜੀ ਅੱਜ ਬੱਚੇ ਬਹੁਤ ਘੱਟ ਆਏ ਨੇ। चलो जी डायग्राम देखो, m/t का मतलब की है, आ रहा स्लैश, m/t का मतलब है m बेटा है t का, m बेटा है किहदा, t का। $w का मतलब है t फादर है w का। आ लो जी w क्वेश्चन मार्क y का मतलब है, w क्वेश्चन मार्क q का मतलब है w बेटी है किहदी, q दी। W की है, बेटी है किहदी, q दी, यानी ये दोनों दे विच की रिलेशन हो गया, पति पत्नी का। Q एक्सक्लामेटरी J, Q एक्सक्लामेटरी J का मतलब हो जाएगा J भैन है किहदी, Q दी, J भैन है किहदी, Q दी। आ लो जी हुण उन्हें पूछा J M नाल की संबंध रखता है, तो आपां नूं पता है कि आ बंदा जिहड़ा है M जिहड़ा है इहनूं की कहेगा, आपां नूं इह दसना है ना, दस्या होया ना मैं जिहदे नाल वर्ड लग्या होवे M J नूं की कहेगा। आ देखो M आ रहा J आ रहा, M J नूं की कहेगा, आपां नूं पता है कि आ मैं आ मेरे पापा ने, आ मेरी कौन है, आ मेरी मम्मी, ते मम्मी दा भरा अपना की लगेगा, मम्मी दी भैन की लगेगी, मासी, यानी आंटी, की लगेगी आंटी यानी मासी। बिल्कुल जी बहुत वधिया। नैक्सट क्वेश्चन ये कहता है तुहानूं दसना है
कैन नॉट का मतलब ये होंदा है कि पहला तो ये डायग्राम बनाओ, डायग्राम बनाने तो बाद दसो कि इन्हां चों किहड़ा इहो जी लाइन है जिहड़ी गलत है, किहड़ी इन्हां चों लाइन इहो जी है जिहड़ी गलत है, बाकी सारी सही होणगी, एक गलत होएगी। दसो सारे जने फटाफट। फटाफट उत्तर दो भाई। सन इन लॉ पता है ना की होंदा है? पैतृक चाचा। चलो जी देखो, जी क्वेश्चन मार्क के आ रहा, जी क्वेश्चन मार्क के दा मतलब है जी बेटी है केदी, के दी। के स्लैश एम आ रहा जी, के स्लैश एम का मतलब है के बेटा है एम का। नेक्स्ट $M, $M का मतलब है एम पिता है केदा, एक्स का। एक्स एंड एस का मतलब है एक्स मां है केदी, एस दी। ये दोनों सगे भैन भरा नहीं होंगे, हुण ये गल ध्यान रखना। उस तो बाद एस क्वेश्चन मार्क आर, और एस क्वेश्चन मार्क आर का मतलब है एस बेटी है केदी, आर दी। आ लो जी, एस बेटी है केदी, आर दी। आर एदा की हो गया, घर वाला। आर एदा की हो गया, घर वाला। आ लो जी डायग्राम रेडी। हुण क्वेश्चन की पूछा इन्हें, इन्हें पूछा है कि इन्हां चों किहड़ा संबंध नहीं रखता, मतलब कैन नॉट। चलो पढ़ो, द नंबर ऑफ मेल्स एंड फीमेल्स इन द फैमिली इज इक्वल। देख लो चेक करो कि ਜਿਹੜੇ ਮੁੰਡੇ ਔਰ ਕੁੜੀਆਂ ਨੇ ਉਹ ਸੇਮ ਨੇ, 1 2 ਤੇ 3 ਕੁੜੀਆਂ ਨੇ 3 ਮੁੰਡੇ ਨੇ। ਇਹ ਤਾਂ ਸਹੀ ਗੱਲ ਹੈ। ਇਹ ਕਹਿ ਰਿਹਾ ਮੈਨੂੰ ਗਲਤ ਗੱਲ ਦੱਸੋ, ਸਹੀ ਗੱਲ ਨਹੀਂ ਪੁੱਛ ਰਿਹਾ, ਇਹ ਪੁੱਛ ਰਿਹਾ ਗਲਤ ਗੱਲ ਦੱਸੋ। ਠੀਕ ਹੈ ਜੀ, ਆਰ ਇਜ਼ ਦਾ ਪੈਟਰਨਲ ਅੰਕਲ ਆਫ ਜੀ, ਯਾਨੀ ਆਰ ਜਿਹੜਾ ਹੈ ਉਹ ਜੀ ਦਾ ਪੈਤਰਕ ਚਾਚਾ ਹੈ ਜਾਂ ਪੈਤਰਕ ਫੁੱਫਾ ਹੈ, ਕੁਝ ਵੀ ਹੋ ਸਕਦਾ ਹੈ, ਅੰਕਲ ਦਿੱਤਾ ਹੋਇਆ ਆਪਾਂ ਨੂੰ ਤਾਂ। ਚਲੋ ਜੀ, ਆਰ ਇਜ਼ ਦਾ ਪੈਟਰਨਲ ਅੰਕਲ ਆਫ ਜੀ ਆ ਰਿਹਾ ਜੀ, ਇਹ ਮੇਰੇ ਪਾਪਾ, ਇਹ ਮੇਰੀ ਪਾਪਾ ਦੀ ਭੈਣ ਭੂਆ, ਤੇ ਭੂਆ ਦਾ ਘਰ ਵਾਲਾ ਫੁੱਫੜ, ਤੇ ਫੁੱਫੜ ਵੀ ਤਾਂ ਅੰਕਲ ਹੀ ਹੁੰਦਾ ਹੈ। ਇਹ ਵੀ ਗੱਲ ਸਹੀ ਹੈ, यानी आर इज द पैटर्नल अंकल ऑफ जी, ये भी गल सही है, ये भी गलत नहीं है। अगे चलो, आर इज द सन इन लॉ ऑफ एम, आर एस दा उन्हें की क्या, आर जेड़ा है वो एम दा सन इन लॉ, ये भी गल सही है, बिल्कुल जी। आर जेड़ा है वो एम दा दमाद ही तो होया, हाँ जी बिल्कुल जी। अपना उत्तर की आ सकता है, डी आ सकता है। पढ़ो, के इज द पैटर्नल अंकल ऑफ एस, आ देखो आ एस है, आ मेरी मम्मी है, आ मेरा मामा होया, तो मामा मेरा केड़ा हुंदा है, मैटरनल हुंदा है। दस्या सीगा मैं स्टार्टिंग दे विच, जिन्नू आपां कह दिन्ने आ मातृवंश। की कह दिन्ने आ, मातृवंश। तो अपना ये मातृवंश मामा होया, यानी कहने का मतलब है अपना आंसर की आएगा, डी इज द राइट आंसर, कि डी गलत है, ये तो पैटर्नल दे रहा है। आ गया समझ में सारे नू? अरे भैया ऐसे ही क्वेश्चन देता है पेपर में घुमाने वाले, है ना। अरे भैया ये कैसा कुआं खोदा है, ना टापा जाता है ना लांगा जाता है ना। ऐसी बातें हैं ना, पेपर में भी ऐसा ही होता है, वो आपके लिए ऐसा खड्डा खोद के रखता है कि हम उसमें डूब जाते हैं। हाँ जी बिल्कुल।
एग्जामिनर भी आपके लिए ऐसा ही खड्डा खोद के रखेगा। चलो जी, चौथा नंबर क्वेश्चन, फटाफट उत्तर दो। हम डायग्राम बनाओ। फटाफट डायग्राम बनाओ और उत्तर दो। चलो जी, तुसी उत्तर दिओ, मैं करदा। V/F, V बेटा है F दा, F एक्सक्लामेटरी D, D भैन हैगी है F दी, D प्लस H, H ब्रदर हैगा F, H ब्रदर हैगा D दा, $O, H फादर हैगा O दा, O क्वेश्चन मार्क M, O बेटी हैगी M दी। आ लो जी, डायग्राम यही बनया सारिਆਂ ਦਾ। फटाफट बोलो कि सारिਆਂ ਦਾ डायग्राम यही बनया। ओके, हुण इन्हें पूछा M रिलेटेड टू V, यानी V M नूं की कहेगी। तो V देखो, V जे आ इहदा प्यो है, जे तो आ इहदा प्यो है तो प्यो दा ਇਹ तो लगी भैन यानी भूआ, भूआ दे बाद आ की लग्या चाचा, ते चाचे दी घर वाली की लगी चाची। यानी कहण दा मतलब है जे ये मेरे पापा ने तो आपां इन्हां नूं कह सकदे हां आंटी। की कह सकदे हां? आंटी केड़ी? पैटरनल आंटी कह सकते हैं ना। और जे आ मम्मी है तो मम्मी वालों लगेगी की मामी, मामी लगेगी, लेकिन वो है तो आंटी ना, और वो केड़ी है? मैटरनल आंटी। इस करके पेपर दे विच मैटरनल और पैटरनल ना लिख के वो सिर्फ की लिखेगा, इहो जे क्वेश्चन अगे आंटी लिख देगा, तो अपना आंसर की आ जाएगा? आंटी। आ गई गल समझ सारिਆਂ ਨੂੰ? यस और नो? ठीक है जी, फटाफट दसो 5वां नंबर क्वेश्चन। 5 नंबर क्वेश्चन। चलो जी, के परसेंटेज डी, सॉरी के क्वेश्चन मार्क डी का मतलब है के बेटी है, के दी? डी दी। डी एक्सक्लामेटरी सी, सी भैन हैगी डी दी। सी एंड जी, सी मदर हैगी है जी दी। जी प्लस वी, जी प्लस वी का मतलब है वी ब्रदर है जी दा। और V/L, वी सन हैगा एल दा, वी सन है किहदा? एल दा। हुण ये दोनों सगे भैन भरा ने, तो ए दी की हुई? पत्नी, यानी ए की होया? इहदा पति, घर वाला।
क्वेश्चन की पूछा L रिलेटेड टू C यानी C L ਨੂੰ ਕੀ ਕਹੇਗੀ ਤਾਂ C L ਨੂੰ ਕੀ ਕਹੇਗੀ ਆਪਦਾ ਘਰ ਵਾਲਾ ਹਸਬੈਂਡ ਹਾਂਜੀ ਬਿਲਕੁਲ ਕੀ ਕਹੇਗੀ ਹਸਬੈਂਡ ਕਹਿ ਦੇਗੀ ਬਿਲਕੁਲ ਪ੍ਰਵਿੰਦਰ ਜੀ ਤਾਂ ਇਹ ਸੀਗਾ ਜੀ ਆਪਣਾ ਬਲੱਡ ਰਿਲੇਸ਼ਨ ਦਾ ਸਟੈਪ ਨੰਬਰ ਦੂਜਾ ਹੁਣ ਆਪਾਂ ਕਰਨ ਜਾ ਰਹੇ ਹਾਂ ਸਟੈਪ ਨੰਬਰ ਤੀਜਾ ਤੇ ਸਟੈਪ ਨੰਬਰ ਤੀਜਾ ਦੱਸਣ ਦੀ ਲੋੜ ਵੀ ਨਹੀਂ ਮੈਨੂੰ ਉਹ ਜਿਹੜਾ ਡਾਇਗਰਾਮ ਹੈ ਉਹ ਕਿਹੜੇ ਤੇ ਡਿਪੈਂਡ ਹੋਏਗਾ ਫੋਟੋਗ੍ਰਾਫ ਤੇ ਕਿਹਦੇ ਤੇ ਡਿਪੈਂਡ ਹੋਏਗਾ ਫੋਟੋਗ੍ਰਾਫ ਤੇ ਡਿਪੈਂਡ ਹੋਏਗਾ ਫੋਟੋਗ੍ਰਾਫ ਦਾ ਮਤਲਬ ਹੈ ਤਸਵੀਰ ਦੀ ओर ਇਸ਼ਾਰਾ ਕਰਨ ਵਾਲੇ ਕੁਐਸਚਨਾਂ ਤੇ ਹੋਏਗਾ ਔਰ ਇਹ ਕੁਐਸਚਨ ਜ਼ਿਆਦਾ ਲੈਂਥੀ ਨਹੀਂ ਹੁੰਦੇ ਬਸ ਇਹਦੇ ਵਿੱਚ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਕਿ ਜੇ ਤੁਸੀਂ ਡਾਇਗਰਾਮ ਬਣਾ ਕੇ ਕਰਦੇ ਹੋ ਤਾਂ ਉਹਦਾ ਆਨਸਰ 100% ਸਹੀ ਹੋਏਗਾ ਔਰ ਜੇ ਤੁਸੀਂ ਫੋਟੋਗ੍ਰਾਫ ਵਾਲੇ ਕੁਐਸਚਨ ਥੋੜਾ ਜਿਹਾ ਆਪਦੇ ਉੱਤੇ ਲੈ ਕੇ ਕਰਦੇ ਹੋ ਤਾਂ ਬਈ 90% ਤਾਂ ਸਹੀ ਹੁੰਦਾ ਹੀ ਹੁੰਦਾ ਹੈ 10% ਗਲਤ ਹੋਣ ਦੇ ਵੀ ਕੀ ਹੁੰਦੇ ਹੈ ਚਾਂਸ ਹੁੰਦੇ ਹੈ ਸੋ ਇਸ ਕਰਕੇ ਸਟੈਪ ਨੰਬਰ ਤੀਜੇ ਦੇ ਵਿੱਚ ਕੁਝ ਵੀ ਜ਼ਿਆਦਾ ਵੱਡਾ ਨਹੀਂਗਾ ਸਿੱਧਾ ਆਪਾਂ ਕੁਐਸਚਨ ਤੇ ਚੱਲਦੇ ਹਾਂ ਇਹਦਾ ਇੱਕ ਈ ਨੰਬਰ ਆਪਸ਼ਨ ਹੋਰ ਲਿਖ ਲਓ ਨਨ ਆਫ ਥੀਸ ਆ ਲਓ ਜੀ ਨਨ ਆਫ ਥੀਸ ਠੀਕ ਹੈ ਜੀ ਹਾਂਜੀ ਚਲੋ ਦੇਖਦੇ ਹਾਂ ਤੁਸੀਂ ਇਹਦਾ ਉੱਤਰ ਕੀ ਦਿੰਦੇ ਹੋ ਫਟਾਫਟ ਦੱਸੋ ਕੀ ਉੱਤਰ ਆਏਗਾ ਦੇਖਦੇ ਹਾਂ ਅਰੇ ਬਈ ਹੁਣ ਉੱਤਰ ਦਿਓ ਸਾਰੇ ਜਣੇ ਚਲੋ ਬਈ ਨਹੀਂ ਆਇਆ ਉੱਤਰ ਕਿਸੇ ਦਾ ਦੇਖੋ ਧਿਆਨ ਨਾਲ ਇਹਨੂੰ ਕਿਵੇਂ ਕਰਨਾ ਹੁੰਦਾ ਇਸ ਕੁਐਸਚਨ ਨੂੰ ਧਿਆਨ ਨਾਲ ਦੇਖਣਾ ਸਾਰੇ ਜਣੇ ਏ ਨੇ ਸਟੇਜ ਉੱਤੇ ਬੈਠੇ ਦੇਖੋ ਆ ਰਿਹਾ ਏ ਇਹਨੇ ਕੀ ਦੇਖਿਆ ਵੀ ਆਹ ਸਟੇਜ ਤੇ ਇੱਕ ਬੰਦਾ ਬੈਠਾ ਹੈ ਠੀਕ ਹੈ ਨਾ ਆਦਮੀ ਏ ਨੇ ਸਟੇਜ ਉੱਤੇ ਬੈਠੇ ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਹਿੰਦਾ ਉਹ ਦੇਖ ਆ ਮੰਨ ਲਓ ਮੈਂ ਇਹ ਹਾਂ ਮੈਂ ਕਹਿੰਦਾ ਸਟੇਜ ਤੇ ਉੱਤੇ ਬੈਠੇ ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਮੈਂ ਕਿ ਉਹ ਦੇਖੋ ਉਹ ਪਤਾ ਕੌਣ ਹੈ ਆ ਇਹ ਕਹਿੰਦਾ ਉਹ ਪਤਾ ਕੌਣ ਹੈ ਉਹ ਮੇਰੇ ਪਤੀ ਯਾਨੀ ਏ ਦੇ ਪਤੀ ਹਲੋ ਜੀ ਇਹ ਕਹਿੰਦਾ ਆ ਜਿਹੜਾ ਬੰਦਾ ਹੈ ਨਾ ਆ ਮੇਰੇ ਪਤੀ ਯਾਨੀ ਆ ਆਪ ਕੀ ਹੋਈ ਫਿਰ ਬੁੜੀ ਹੋਈ ਕੁੜੀ ਹੋਈ ਨਾ ਆਪ ਤਾਂ ਚਲੋ ਜੀ ਇਹ ਕਹਿੰਦੀ ਹੈ ਸਟੇਜ ਦੇ ਉੱਤੇ ਬੈਠੇ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ ਕਿ ਉਹ ਮੇਰੇ ਪਤੀ ਦੀ ਪਤਨੀ ਦੀ ਧੀ ਦਾ ਭਰਾ ਹੈ ਹਲੋ ਜੀ ਯਾਨੀ ਆ ਜਿਹੜਾ ਆਦਮੀ ਹੈ ਉਹ ਆਹੀ ਆਦਮੀ ਹੋਇਆ ਕਿ ਨਹੀਂ ਹੋਇਆ ਯੈਸ ਔਰ ਨੋ ਜਿਹੜਾ ਆ ਆਦਮੀ ਹੈ ਉਹ ਆਦਮੀ ਇਹੀ ਹੋਇਆ ਕਿ ਨਹੀਂ ਹੋਇਆ ਫਟਾਫਟ ਦੱਸੋ ਸਾਰੇ ਜਣੇ ਏ ਨੇ ਇਸ ਆਦਮੀ ਨੂੰ ਇਸ਼ਾਰਾ ਵੱਲ ਕਰਦੇ ਹੋਏ ਇਹ ਕਿਹਾ ਕਿ ਆ ਜਿਹੜਾ ਬੰਦਾ ਹੈ ਆ ਮੇਰੇ ਪਤੀ ਦੀ ਪਤਨੀ ਦੇ ਧੀ ਦਾ ਭਰਾ ਹੈ ਤਾਂ ਆ ਆਦਮੀ ਉਹੀ ਹੋਇਆ ਹੁਣ ਕੁਐਸਚਨ ਕੀ ਹੈ ਏ ਦਾ ਸਟੇਜ ਤੇ ਬੈਠੇ ਆਦਮੀ ਨਾਲ ਕਿਹਦੇ ਨਾਲ ਲੱਗਿਆ ਹੋਇਆ ਆਦਮੀ ਨਾਲ ਤਾਂ ਆਦਮੀ ਏ ਨੂੰ ਕੀ ਕਹੇਗਾ ਤਾਂ ਆਦਮੀ ਏ ਨੂੰ ਤਾਂ ਮਾਂ ਕਹੇਗਾ ਨਾ ਪੁੱਤਰ ਕਿਵੇਂ ਕਹਿ ਦੇਗਾ ਆਪਣਾ ਆਨਸਰ ਨਨ ਆਫ ਥੀਸ ਆਏਗਾ ਨਾ ਕਿ ਪੁੱਤਰ ਆਏਗਾ ਹਾਂ ਜੇ ਮੰਨ ਲਓ ਆਪਸ਼ਨ ਦੇ ਵਿੱਚ ਨਨ ਨਹੀਂ ਹੈ ਔਰ ਕੁਐਸਚਨ ਇਹੀ ਪੁੱਛਿਆ ਹੈ ਤਾਂ ਤੁਸੀਂ ਇਸ ਨਨ ਨੂੰ ਆਪਣੇ ਕੋਲ ਤਾਂ ਹੁਣ ਨਨ ਆਪਸ਼ਨ ਹੈ ਹੀ ਨਹੀਂਗਾ ਆਪਾਂ ਮੰਨਦੇ ਹਾਂ ਚਾਰ ਹੀ ਆਪਸ਼ਨ ਹੈ ਤਾਂ ਤੁਹਾਡਾ ਉੱਤਰ ਕੀ ਆ ਜਾਏਗਾ ਫਿਰ ਤੁਹਾਡਾ ਉੱਤਰ ਪੁੱਤਰ ਆਏਗਾ ਕਿਉਂਕਿ ਫਿਰ ਆਪਾਂ ਕਹਿ ਸਕਦੇ ਹਾਂ ਵੀ ਪੁੱਤਰ ਤੇ ਮਾਂ ਦਾ ਰਿਸ਼ਤਾ ਸੀਗਾ ਮਾਂ ਆਪਸ਼ਨ 'ਚ ਹੈ ਨਹੀਂ ਪੁੱਤਰ ਆ ਗਿਆ ਬਟ ਅਗਰ ਪੁੱਤਰ ਵੀ ਹੈ ਔਰ ਨਨ ਆਫ ਥੀਸ ਵੀ ਹੈ ਤਾਂ ਆਪਣਾ ਉੱਤਰ ਨਨ ਆਫ ਥੀਸ ਆਏਗਾ ਧਿਆਨ ਰੱਖਣਾ ਇਹ ਗੱਲ ਆ ਗਿਆ ਸਮਝ ਵਿੱਚ ਫਟਾਫਟ ਦੱਸੋ ਵੀ
गुड। नेक्स्ट क्वेश्चन दसो सारे जने। फटाफट। फटाफट दसो भी। चलो जी देखो, ए वल इशारा करते हुए आ रहा जी ए वल इशारा करते हुए बी ने क्या, हलो जी आ रहा बी ने की क्या, ए वल इशारा करते हुए बी ने क्या कि मैं उस दी यानी ए दी उस दी मां, हलो जी उस दी मां, दोबारा फिर देखो, ए वल इशारा करते हुए किन्ने क्या, बी ने क्या कि मैं उस दी मां दे पुੱਤਰ। ਹੁਣ ਮਾਂ ਦਾ ਜਿਹੜਾ ਪੁੱਤਰ ਹੈ ਉਹ ਆ ਏ ਵੀ ਹੋ ਸਕਦਾ ਹੈ ਤੇ ਇੱਕ ਉਹਦਾ ਭਰਾ ਹੋਰ ਵੀ ਹੋ ਸਕਦਾ, ਕਿਉਂਕਿ ਇਕਲੌਤਾ ਤਾਂ ਕਿਹਾ ਹੀ ਨਹੀਂ ਉਹਨੇ। ਅੱਗੇ ਚਲੋ ਰਿਪੀਟ ਕਰ ਰਿਹਾ ਦੁਬਾਰਾ ਫਿਰ, ਏ ਵੱਲ ਇਸ਼ਾਰਾ ਕਰਦੇ ਹੋਏ ਬੀ ਨੇ ਕਿਹਾ ਕਿ ਮੈਂ ਉਸ ਦੀ ਮਾਂ ਦੇ ਪੁੱਤਰ ਦਾ ਇਕਲੌਤਾ ਪੁੱਤਰ ਹਾਂ। ਆ ਲਓ ਜੀ ਇਕਲੌਤਾ ਪੁੱਤਰ ਆ, ਯਾਨੀ ਬੀ ਜਿਹੜਾ ਹੈ ਉਹ ਆ ਵੀ ਹੋ ਸਕਦਾ ਹੈ ਤੇ ਇਹਦਾ ਪੁੱਤਰ ਵੀ ਹੋ ਸਕਦਾ ਹੈ। ਇਜ਼ ਦੈਟ ਕਲੀਅਰ? ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਇਹ ਇਕਲੌਤਾ ਬੇਟਾ ਹੈ ਇਹਦਾ ਜਾਂ ਨਹੀਂਗਾ। ਯੈਸ ਔਰ ਨੋ, ਇਹ ਗੱਲ ਧਿਆਨ ਰੱਖਣਾ। ਚਲੋ ਜੀ, ਤਾਂ ਮੈਂ ਉਸ ਦੀ ਮਾਂ ਦੇ ਪੁੱਤਰ ਦਾ ਇਕਲੌਤਾ ਪੁੱਤਰ ਹਾਂ, ਯਾਨੀ ਮੈਂ ਉਸ ਦੀ ਮਾਂ ਦੇ ਇਕਲੌਤੇ ਮੈਂ ਮਾਂ ਦੇ ਪੁੱਤਰ ਦਾ ਇਕਲੌਤਾ ਪੁੱਤਰ ਹਾਂ। ਤੇ ਬੀ ਆ ਵੀ ਹੋ ਸਕਦਾ ਹੈ, ਬੀ ਆ ਵੀ ਹੋ ਸਕਦਾ ਹੈ। ਹੁਣ ਉਹਨੇ ਕੀ ਪੁੱਛਿਆ, ਏ ਦਾ ਬੀ ਨਾਲ ਕੀ ਸੰਬੰਧ ਹੈ, ਯਾਨੀ ਬੀ ਏ ਨੂੰ ਕੀ ਕਹੇਗਾ। ਦੇਖੋ ਬੀ ਆ ਰਿਹਾ, ਹੁਣ ਬੀ ਏ ਨੂੰ ਕੀ ਕਹਿ ਸਕਦਾ, ਦੇਖਿਆ ਜਾਵੇ ਤਾਂ ਬੀ ਏ ਨੂੰ ਕਹਿ ਸਕਦਾ ਹੈ ਜੀ ਚਾਚਾ ਜਾਂ ਚਾਚੀ। ਦੇਖਿਆ ਜਾਵੇ ਤਾਂ ਇੱਕ ਕੰਡੀਸ਼ਨ ਤਾਂ ਆ ਬਣਦੀ ਆ, ਔਰ ਦੂਜੀ ਕੰਡੀਸ਼ਨ ਇਹ ਬਣਦੀ ਹੈ ਕਿ ਬੀ ਏ ਨੂੰ ਕੀ ਕਹਿ ਸਕਦਾ ਹੈ, ਮਾਤਾ ਜਾਂ ਪਿਤਾ। ਕੰਡੀਸ਼ਨਾਂ ਦੋ ਬਣ ਗਈਆਂ ਨਾ ਆਪਣੇ ਕੋਲੇ। ਹਾਂਜੀ ਦੱਸੋ ਬਈ, ਤਾਂ ਆਪਾਂ ਨੂੰ ਪਤਾ ਲੱਗ ਗਿਆ ਨਾ ਕਿ ਇਹ ਜਿਹੜਾ ਹੈ ਉਹ ਇਹਦਾ ਚਾਚਾ ਵੀ ਹੋ ਸਕਦਾ ਹੈ ਤੇ ਭੂਆ ਵੀ ਹੋ ਸਕਦੀ, ਸੌਰੀ ਚਾਚਾ ਵੀ ਹੋ ਸਕਦਾ ਹੈ ਤੇ ਭੂਆ ਵੀ ਹੋ ਸਕਦੀ ਹੈ। ਸਹੀ ਹੈ ਨਾ, ਵੀ ਚਾਚਾ ਵੀ ਹੋ ਸਕਦਾ ਹੈ ਤੇ ਭੂਆ ਵੀ ਹੋ ਸਕਦੀ ਹੈ। ਦੂਜੇ ਨੰਬਰ ਤੇ ਉਹਦੀ ਉਹ ਮਾਤਾ ਵੀ ਹੋ ਸਕਦੀ ਹੈ ਤੇ ਪਿਤਾ ਵੀ ਹੋ ਸਕਦਾ ਹੈ। ਹੁਣ ਤੁਸੀਂ ਕੀ ਕਰੋਗੇ, ਦੇਖੋ ਭੂਆ ਆਪਸ਼ਨ 'ਚ ਹਾਂਜੀ ਹੈਗਾ ਜੀ, ਭਤੀਜੀ ਤਾਂ ਨਹੀਂ ਹੋ ਸਕਦਾ, ਕਜ਼ਨ ਵੀ ਨਹੀਂ ਹੋ ਸਕਦਾ, ਮਾਂ ਸਰ ਮਾਂ ਵੀ ਹੋ ਸਕਦਾ ਹੈ। ਹੁਣ ਤੁਸੀਂ ਕਹੋਗੇ ਕਿ ਸਰ ਮੇਰੇ ਤਾਂ ਦੋਨੋਂ ਹੀ ਉੱਤਰ ਸਹੀ ਨੇ, ਮੇਰੇ ਤਾਂ ਦੋਨੋਂ ਹੀ ਉੱਤਰ ਸਹੀ ਨੇ ਸਰ, ਪਿਤਾ ਹੈ ਨਹੀਂ ਇਸ ਕਰਕੇ ਪਿਤਾ ਛੱਡ ਦਿਓ, ਚਾਚਾ ਹੈ ਨਹੀਂ ਚਾਚਾ ਛੱਡ ਦਿਓ, ਸਰ ਭੂਆ ਵੀ ਉੱਤਰ ਹੈ ਤੇ ਮਾਂ ਵੀ ਉੱਤਰ ਹੈ। ਬਿਲਕੁਲ ਜੀ, ਤੁਸੀਂ ਆਪਦੀ ਥਾਂ ਤੇ ਬਿਲਕੁਲ ਸਹੀ ਹੋ, ਭੂਆ ਵੀ ਉੱਤਰ ਹੈ ਤੇ ਮਾਂ ਵੀ ਸਹੀ ਹੈ। ਬਟ ਹੁਣ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਡਾ ਆਨਸਰ ਕੀ ਆਏਗਾ, ਤਾਂ ਦੱਸੋ ਕੀ ਆਏਗਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪਹਿਲਾਂ, ਦੱਸੋ ਤੁਹਾਡਾ ਉੱਤਰ ਕੀ ਆਏਗਾ। ਤੁਹਾਡਾ ਉੱਤਰ ਕੀ ਆਏਗਾ, ਦੱਸੋ ਸਾਰੇ ਜਣੇ। ਲਵਪ੍ਰੀਤ ਕੌਰ ਨੇ ਏ ਤੇ ਕਲਿੱਕ ਕੀਤਾ ਔਰ ਸੰਨੀ ਨੇ ਸੀ ਤੇ ਕੀਤਾ। ਬਾਕੀ ਵੀ ਦੋ ਉੱਤਰ ਹੁਣ ਤਾਂ। ए ज्ञात नहीं किया जा सकता, नहीं जी देखो ज्ञात नहीं किया जा सकता ऑप्शन च है नहीं गा। हाँ जे इत्थे ई ऑप्शन होंदा तो मैं तुहानू कह दिंदा भी हाँ उत्तर है, बट हुण ई ऑप्शन नहीं है, दो ही उत्तर ने।
ਚਲੋ ਜੀ, ਬਿਲਕੁਲ ਆ ਜਿਹੜੇ ਗੌਰਵ ਨੇ ਬਿਲਕੁਲ ਜਾਇਜ਼ ਉੱਤਰ ਦਿੱਤਾ ਕਿ ਸਰ ਜੇ ਇੱਥੇ ਇਹ ਇਕਲੌਤਾ ਹੁੰਦਾ ਤਾਂ ਫੇਰ ਤਾਂ ਇਹਦਾ ਉੱਤਰ ਹੋਣਾ ਸੀ ਪਿਓ, ਔਰ ਪਿਓ ਆਪਸ਼ਨ ਦੇ ਵਿੱਚ ਨਹੀਂਗਾ ਬਿਲਕੁਲ। ਬਟ ਮੈਂ ਤੁਹਾਨੂੰ ਹੁਣੇ ਦੱਸਣਾ ਚਾਹੁੰਦਾ ਵੀ ਪ੍ਰਾਇਮਰੀ ਆਪਣਾ ਉੱਤਰ ਤਾਂ ਭੂਆ ਵੀ ਸਹੀ ਹੈ, ਆਪਸ਼ਨ ਦੇ ਅਕੋਰਡਿੰਗ ਮਾਂ ਵੀ ਸਹੀ ਹੈ, ਆਪਸ਼ਨ ਦੇ ਅਕੋਰਡਿੰਗ ਤਾਂ ਮਾਂ ਵੀ ਸਹੀ ਹੈ, ਆਪਾਂ ਇਹ ਨਹੀਂ ਕਹਿੰਦੇ। ਬਟ ਜੇ ਇਹ ਹੁੰਦਾ ਤਾਂ ਉਸ ਬੱਚੇ ਨੇ ਸਹੀ ਬੋਲਿਆ ਬਿਲਕੁਲ ਗੌਰਵ ਨੇ ਕਿ ਸਰ ਉਹ ਤਾਂ ਫਿਰ ਮੁੰਡਾ ਹੀ ਹੋਣਾ ਸੀ ਔਰ ਉਹ ਤਾਂ ਪਿਓ ਹੋਣਾ ਸੀ, ਪਿਓ ਤਾਂ ਆਪਸ਼ਨ 'ਚ ਹੈ ਹੀ ਨਹੀਂ, ਤਾਂ ਬਿਲਕੁਲ। ਬਟ ਫਿਰ ਵੀ ਤੁਹਾਨੂੰ ਜੇ ਮਾਂ ਔਰ ਭੂਆ ਦੇ ਵਿੱਚੋਂ ਉੱਤਰ ਦੇਣਾ ਹੈ ਤਾਂ ਪ੍ਰਾਇਮਰੀ ਸੈਕਸ਼ਨ ਤੁਸੀਂ ਕਿਹੜਾ ਕੱਢੋਗੇ? ਪ੍ਰਾਇਮਰੀ ਸੈਕਸ਼ਨ ਭੂਆ ਦਾ ਹੀ ਆਏਗਾ, ਧਿਆਨ ਰੱਖਣਾ ਇਹ ਗੱਲ। ਕਿਹਦਾ ਆਏਗਾ? ਭੂਆ ਦਾ ਹੀ ਆਏਗਾ। ਐਵੇਂ ਦਾ ਕਿਉਂ ਹੋਇਆ? ਭੂਆ ਦਾ ਹੀ ਕਿਉਂ ਆਇਆ? ਕਿਉਂਕਿ ਧਿਆਨ ਨਾਲ ਦੇਖਣਾ, ਆਪਾਂ ਨੂੰ ਪਤਾ ਹੈ ਕਿ ਇੱਥੇ ਇਕਲੌਤਾ ਨਹੀਂ ਕਿਹਾ ਗਿਆ, ਇਹਦੀ ਮਾਂ ਦਾ ਇਕਲੌਤਾ। ਜੇ ਇਕਲੌਤਾ ਕਿਹਾ ਜਾਂਦਾ ਤਾਂ ਫੇਰ ਤਾਂ ਆਪਣੇ ਕੋਲੇ ਸ਼ੋਰ ਸੀ ਵੀ ਉਹਦਾ ਉੱਤਰ ਪਿਓ ਹੀ ਆਣਾ ਸੀਗਾ, ਹਨਾ। ਲੇਕਿਨ ਇਕਲੌਤਾ ਨਹੀਂ ਕਿਹਾ ਗਿਆ ਤਾਂ ਆਪਾਂ ਇੱਥੇ ਇਕਲੌਤਾ ਨਹੀਂ ਬਣਾਵਾਂਗੇ ਔਰ ਆਪਣਾ ਨੂੰ ਪ੍ਰਾਇਮਰੀ ਜਿਹੜੀ ਕੰਡੀਸ਼ਨ ਆਏਗੀ ਉਹ ਆਹੀ ਕੰਡੀਸ਼ਨ ਬਣੇਗੀ। ਇਸ ਕਰਕੇ ਇਹਦਾ ਉੱਤਰ ਜਿਹੜਾ ਆਏਗਾ ਉਹ ਭੂਆ ਹੀ ਆਏਗਾ, ਮਾਂ ਨਹੀਂ ਆਏਗਾ। ਬਹੁਤ ਵਧੀਆ ਵੀ। ਚਲੋ ਜੀ ਅਗਲਾ क्वेश्चन नंबर 3 फटाफट। क्वेश्चन नंबर 3 ਲਵਪ੍ਰੀਤ ਨੇ ਸੀ ਉੱਤਰ ਦਿੱਤਾ। ਚਲੋ ਦੇਖਦੇ ਹਾਂ ਵੀ ਸੀ ਉੱਤਰ ਹੈ ਕਿ ਨਹੀਂ। ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ, ਆ ਲੋ ਜੀ, ਆ ਆਦਮੀ ਹੈ। ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਇੱਕ ਔਰਤ ਨੇ ਕਿਹਾ, ਆ ਰਹੀ ਔਰਤ, ਇੱਕ ਔਰਤ ਨੇ ਕਿਹਾ ਕਿ ਉਸ ਦੀ ਮਾਂ, ਆ ਲੋ ਜੀ, ਉਸ ਦੀ ਮਾਂ ਮੇਰੀ ਮਾਂ ਦੀ ਇਕਲੌਤੀ ਧੀ ਹੈ। यानी मेरी मां दी यानी एदी मां दी इकलौती धी तो यह औरत ही हुई ना। यानी कहने का मतलब है, दोबारा फिर पढ़ो इसका उत्तर, दोबारा फिर देखो। एक आदमी वाल इशारा करते हुए एक औरत ने कहा कि उस दी मां जिहड़ी है ना वो मेरी मां दी इकलौती धी है। यानी आ औरत तो आ रही और आ ओदी मां है। हुण रिपीट पढ़ो सारी लाइन। इस औरत ने इस आदमी वाल इशारा करते हुए की किया? आ देखो, एक आदमी वाल इशारा करते हुए एक औरत ने कहा कि उस दी मां मेरी मां दी इकलौती धी है। यानी वो औरत दी ही गल कर रहा है कि नहीं कर रहा उत्थे बह के? यस और नो? औरत दी ही गल हो रही है कि नहीं हो रही है? तो क्वेश्चन की पूछा, औरत दा आदमी नाल की संबंध है? यानी आदमी औरत नूं की कहेगी? तो आदमी औरत नूं की कहेगा? मां। मावा ठंडिया छावां, है ना। मां आंसर आएगा। की आंसर आएगा? मां, जो कि किसी का नहीं आया। सो मैं इसे करके कहना चाहना तुहानू सारिਆਂ ਨੂੰ पुराने लैक्चर रिपीट करो तो घरे बह के तैयारी करो ढंग नाल। तुहानू इन्ने सिंपल क्वेश्चन नहीं समझ में आ रहे। रिपीट देखो, रिपीट इसे क्वेश्चन ਨੂੰ रिपीट कर रहा। एक आदमी वाल इशारा करते हुए एक औरत ने कहा, एक आदमी वाल इशारा करते हुए एक औरत ने कहा। आ रहा जी आदमी, आ रही औरत, ठीक है जी। एक आदमी वाल इशारा करते हुए एक औरत ने कहा कि उसकी मां, हालो जी, जेड़ी उसकी मां है ना वो मेरी मां दी इकलौती धी है। यानी एदी मां दी इकलौती धी तो यह औरत ही हुई ना। और कहने का मतलब है आ जिहड़ी औरत हुई आ एदी मां हुई कि नहीं हुई? आ देखो हुण आ डायग्राम नूं मैं इहदे ते लिखता। हुण पढ़ो,
एक आदमी वल इशारा करते हुए एक औरत ने कहा, औरत ने की कहा कि एदी जेड़ी मां है ना वो मेरी मां दी इकलौती धी है। यस या नो? हाँ जी, औरत दा आदमी नाल की रिश्ता है? तो आदमी औरत नू की कहेगा? आदमी तो औरत नू मां ही कहेगा ना। हाँ जी, वही सेम चीज देखो मैं दस्या होया है, तुसी वारी वारी फिर वही कंडीशन पूछदे हो मैनू। औरत दा आदमी नाल यानी आदमी जेड़ा है औरत नू की कहेगा? मां ही तो कहेगा। लग गई समझ? अरे भी तुहाडे कोले लेक्चर पए रहंदे ने, तुसी घरे बह के इसे लेक्चर नू वापस रिपीट पढ़िया करो। चलो जी, चौथा नंबर क्वेश्चन करो। कल मैं ब्लड रिलेशन के क्वेश्चन दूंगा, हूँ ध्यान रखना है गल। देखो भी, रमा नाल जान पछान करते हुए आ रही जी रमा, रमा नाल जान पछान कराते हुए मोना ने क्या? आ रही जी मोना, मोना ने क्या कि ओह मेरे प्यो यानी मोना दे प्यो, अगे जी ਉਹ मेरे प्यो की इकलौती धी, आ लो जी मोना ही हुई। ਉਹ मेरे यानी आ जड़ी रमा है ना रमा, ये मोना कहती है कि ਉਹ जड़ी रमा है ना वो मेरे प्यो की इकलौती धी यानी मोना की गल ही हो रही है, इकलौती धी दी इकलौती धी है। आ लो जी, ये रमा हुई कि नहीं हुई? ठीक है जी। उन्होंने की पूछा मोना दा रमा नाल की संबंध है, यानी रमा मोना नू की कहेगी? तो रमा मोना नू मां कहेगी। की कहेगी? मां। क्वेश्चन नंबर 5वां, फटाफट करो उत्तर। क्वेश्चन नंबर 5वां, एक लड़के वल इशारा करते हुए आ रहा जी लड़का, इस लड़के वल एक लड़के वल इशारा करते हुए वीरा ने क्या? आ रही जी वीरा, वीरा ने की क्या कि ਉਹ मेरे दादे यानी वीरा दे दादे ਇਹਦੇ पापा दे पापा, ਉਹ मेरे दादे दे इकलौते पुत्र दा पुत्र है। हेलो जी, ਤੇ ਇਹਦਾ ਕੀ ਲੱਗਿਆ? ਭਰਾ ਲੱਗਿਆ ਕਿ ਨਹੀਂ ਲੱਗਿਆ? तो ਉਹਨੇ क्वेश्चन की पूछा कि उस लड़के दी वीरा नाल की संबंध है? उस लड़के दी वीरा नाल, तो वीरा आ रहा यानी वीरा नाल, तो वीरा इनू की कहेगी? भरा। की कहेगी? भरा। कजन कैवें कह देगी? इसे करके कहना होना कि जल्दबाजी ना करा करो, क्वेश्चन नू करो। हुण तुसी आप दसो डायग्राम इंपोर्टेंट है या नहीं है? डायग्राम इंपोर्टेंट है या नहीं? और मेरे द्वारा जिन्नी भी हुण तक रीजनिंग करवाई गई ਕੀ ਤੁਹਾਨੂੰ ਐਵੇਂ ਦਾ ਲੱਗਿਆ ਵੀ ਹਾਂ ਵਾਸਤਵ 'ਚ ਰੀਜ਼ਨਿੰਗ ਅਸੀਂ ਸਮਝ ਰਹੇ ਹਾਂ ਔਰ ਅਸੀਂ ਕਰ ਸਕਦੇ ਹਾਂ ਪੇਪਰ ਦੇ ਵਿੱਚ ਭਾਵੇਂ ਕਿਹੋ ਜਿਹਾ ਵੀ ਕੁਐਸਚਨ ਆਵੇ? ਬਹੁਤ ਵਧੀਆ ਵੀ। चलो जी, 6th नंबर क्वेश्चन,
ਇੱਕ ਫੋਟੋ ਵੱਲ ਇਸ਼ਾਰਾ ਕਰਦੇ ਹੋਏ, ਆ ਰਹੀ ਜੀ ਫੋਟੋ, ਆਪਾਂ ਨੂੰ ਪਤਾ ਨਹੀਂ ਕਿ ਮੁੰਡੇ ਦੀ ਹੈ ਕਿ ਕੁੜੀ ਦੀ ਹੈ। ਇੱਕ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਇੱਕ ਆਦਮੀ ਨੇ ਕਿਹਾ, ਇੱਕ ਆਦਮੀ ਨੇ ਕਿਹਾ ਕਿ ਮੇਰਾ ਕੋਈ ਭੈਣ ਭਰਾ ਨਹੀਂ ਹੈ। ਆ ਲਓ ਜੀ, ਇਸ ਆਦਮੀ ਦਾ ਕੋਈ ਭੈਣ ਭਰਾ ਨਹੀਂ ਹੈ, ਪਰੰਤੂ ਉਸ ਆਦਮੀ ਯਾਨੀ ਆ ਫੋਟੋ ਜਿਹੜਾ ਹੈ ਉਹ ਆਦਮੀ ਹੈ, ਉਸ ਆਦਮੀ ਦਾ ਪਿਓ, ਉਸ ਆਦਮੀ ਦਾ ਪਿਓ ਮੇਰੇ ਪਿਓ ਦਾ ਪੁੱਤਰ ਹੈ। ਉਸ ਆਦਮੀ ਦਾ ਜਿਹੜਾ ਪਿਓ ਹੈ ਉਹ ਮੇਰੇ ਪਿਓ ਦਾ ਪੁੱਤਰ ਹੈ। ਯਾਨੀ ਕਹਿਣ ਦਾ ਮਤਲਬ ਹੈ ਉਹ ਆਪਦੀ ਹੀ ਗੱਲ ਕਰ ਰਿਹਾ ਕਿ ਨਹੀਂ ਕਰ ਰਿਹਾ, ਲੇਕਿਨ ਇੱਥੇ ਆਏਗਾ ਇਹ ਉਹ ਆਦਮੀ, ਔਰ ਉਸ ਆਦਮੀ ਦਾ ਪਿਓ ਆ ਰਿਹਾ, ਇੱਥੇ ਆਏਗਾ। ਹੁਣ ਉਹਨੇ ਕੁਐਸਚਨ ਕੀ ਪੁੱਛਿਆ ਹੈ, ਉਹ ਕਿਸ ਦੀ ਫੋਟੋ ਨੂੰ ਦੇਖ ਰਿਹਾ ਹੈ, ਯਾਨੀ ਉਹ ਕਿਹਦੀ ਫੋਟੋ ਨੂੰ ਦੇਖ ਰਿਹਾ ਹੈ, ਆਪਦੇ ਪੁੱਤਰ ਦੀ ਫੋਟੋ ਨੂੰ ਦੇਖ ਰਿਹਾ ਨਾ ਕਿ ਨਹੀਂ ਦੇਖ ਰਿਹਾ। ਯਾਨੀ ਆਪਣਾ ਆਨਸਰ ਕੀ ਆ ਜਾਏਗਾ, ਬੀ ਆ ਜਾਏਗਾ। ਬਿਲਕੁਲ ਲਵਪ੍ਰੀਤ ਕੌਰ, ਤੁਹਾਡਾ ਸਹੀ ਆਨਸਰ ਹੈ, ਬਹੁਤ ਵਧੀਆ। ਚਲੋ ਬੱਚਿਓ, ਤਾਂ ਆਪਾਂ 6 ਕੁਐਸਚਨ ਕਰ ਲਏ ਨੇ ਆਪਾਂ ਅੱਜ। ਹੁਣ ਤੁਹਾਡੇ ਵਾਸਤੇ ਕੰਮ ਦੇ ਰਿਹਾ ਮੈਂ, ਫਟਾਫਟ ਸਾਰੇ ਜਣੇ ਸਕਰੀਨਸ਼ਾਟ ਲੈਂਦੇ ਰਹੋ। 15 ਕੁਐਸਚਨ ਹੈ ਮੇਰੇ ਕੋਲੇ, ਸਾਰੇ ਜਣੇ ਸਕਰੀਨਸ਼ਾਟ ਲੈਂਦੇ ਰਹੋ, ਠੀਕ ਹੈ ਨਾ। ਹਾਂਜੀ, 7 ਨੰਬਰ ਕੁਐਸਚਨ ਦਾ ਸਕਰੀਨਸ਼ਾਟ ਲੈ ਲਓ ਫਟਾਫਟ। 8 ਨੰਬਰ ਦਾ ਸਕਰੀਨਸ਼ਾਟ ਲੈ ਲਓ ਫਟਾਫਟ, ਕਿਉਂਕਿ ਇਹ ਕੁਐਸਚਨ ਤੁਸੀਂ ਕਰਨੇ ਆ ਘਰੇ ਬਹਿ ਕੇ, ਹੁਣ ਧਿਆਨ ਰੱਖਣਾ। ਤੇ ਕੱਲ ਜਿਹੜੀ ਕੱਲ ਆਪਣੀ ਕਲਾਸ ਹੋਏਗੀ ਉਹਦੇ ਵਿੱਚ ਮੈਂ ਇਹਨਾਂ ਸਾਰਿਆਂ ਦੇ ਆਨਸਰ ਦੇ ਦੂੰਗਾ, ਕੀ ਕੀ ਆਨਸਰ ਨੇ। 9 ਨੰਬਰ ਕੁਐਸਚਨ, 10 ਨੰਬਰ ਕੁਐਸਚਨ, 11 ਨੰਬਰ ਕੁਐਸਚਨ, 12 ਨੰਬਰ ਕੁਐਸਚਨ, 13 ਨੰਬਰ ਕੁਐਸਚਨ, 14 ਨੰਬਰ ਕੁਐਸਚਨ, 15 ਨੰਬਰ ਕੁਐਸਚਨ। ਠੀਕ ਹੈ ਜੀ, ਇਹ ਟੋਟਲ 15 ਕੁਐਸਚਨ ਨੇ। ਇਹ ਮਤਲਬ ਤੁਹਾਨੂੰ ਦੇਤੇ ਮੈਂ 8 ਕੁਐਸਚਨ ਦੇਤੇ, 9 ਕੁਐਸਚਨ ਦੇਤੇ ਨਾ। ਇਹ 9 ਕੁਐਸਚਨਾਂ ਦੇ ਤੁਸੀਂ ਆਪ ਘਰੇ ਬਹਿ ਕੇ ਆਨਸਰ ਕੱਢਣੇ ਨੇ, ਔਰ ਉਸ ਤੋਂ ਬਾਅਦ ਵਿੱਚ ਕੱਲ ਆਪਾਂ ਇਹਨਾਂ ਦੇ ਆਨਸਰ ਦੇਖ ਲਾਂਗੇ ਵੀ ਕੀ ਹੋਣੇ ਚਾਹੀਦੇ ਨੇ। ਸੋ ਤੁਹਾਨੂੰ ਅੱਜ ਦਾ ਜਿਹੜਾ ਸੈਸ਼ਨ ਸੀ ਕਿਵੇਂ ਦਾ ਲੱਗਿਆ, ਫਟਾਫਟ ਦੱਸੋ। ਤੁਹਾਨੂੰ ਸਾਰਿਆਂ ਨੂੰ ਅੱਜ ਦਾ ਸੈਸ਼ਨ ਕਿਹੋ ਜਿਹਾ ਲੱਗਿਆ, ਫਟਾਫਟ ਦੱਸੋ ਸਾਰੇ ਜਣੇ। ਬਹੁਤ ਵਧੀਆ ਵੀ। ਸਾਰਿਆਂ ਨੂੰ ਵਧੀਆ ਤਰੀਕੇ ਨਾਲ ਸਮਝ ਆਇਆ ਨਾ ਸਾਰਾ ਕੁਝ ਜਿੰਨਾ ਵੀ ਮੈਂ ਕਰਵਾਇਆ ਅੱਜ। ਓਕੇ ਗੁੱਡ। ਸੋ ਤੁਸੀਂ ਬੱਚੇ ਜਿੰਨੇ ਵੀ ਜੋੜ ਸਕਦੇ ਹੋ ਜੋੜੋ ਬਈ, ਕਿਉਂਕਿ ਮੈਂ ਇਹ ਮੰਨਦਾ ਵਾਂ ਵੀ ਮੇਰੀ ਕਲਾਸ ਦੇ ਵਿੱਚ ਗੌਰਵ ਜੀ ਦਾ ਅੱਜ ਬਰਥਡੇ ਹੈ। ਹੈਪੀ ਬਰਥਡੇ ਟੂ ਯੂ ਗੌਰਵ, ਲੰਬੀਆਂ ਉਮਰਾਂ ਮਾਣੋ, ਤੇ ਨਾਲੇ ਜਿਹੜਾ ਤੁਹਾਡੇ ਮਨ ਦੇ ਵਿੱਚ ਇੱਕ ਏਮ ਹੈ ਉਹਨੂੰ ਤੁਸੀਂ ਪਾਓ। ਨਾਈਸ ਆਫ ਯੂ ਸਾਰਿਆਂ ਦਾ।
ਮੈਂ ਇਹ ਚਾਹੁੰਦਾ ਵਾਂ ਵੀ ਆਪਣੀ ਇਸ ਕਲਾਸ ਦੇ ਵਿੱਚ ਇੰਨੇ ਬੱਚੇ ਬਹਿਣ ਔਰ ਸਾਰੇ ਪੜ੍ਹਨ ਵਾਲੇ ਬੱਚੇ ਬਹਿਣ। ਮੈਂ ਇਹ ਚਾਹੁੰਦਾ ਵਾਂ ਵੀ ਕੁਝ ਮਿਲੇ ਤਾਂ ਬਹੁਤ ਵਧੀਆ ਮਿਲੇ ਸਾਰੇ ਬੱਚਿਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਗਾਇਜ਼, ਮਿਲਦੇ ਹਾਂ ਕੱਲ ਆਪਾਂ ਇੱਕ ਨਵੇਂ ਸੈਸ਼ਨ ਦੇ ਵਿੱਚ। ਉਦੋਂ ਤੱਕ ਲਈ ਸਾਰਿਆਂ ਨੂੰ ਰੱਬ ਰਾਖਾ, ਧੰਨਵਾਦ, ਸ਼ਬਾ ਖੈਰ, ਗੁੱਡ ਨਾਈਟ ਆਲ ਆਫ ਯੂ।